ਸਮਾਰਟ ਟੀਵੀ ਅਨੰਦਪੁਰ ਸਾਹਿਬ ਤੋਂ ਅੱਜ ਅਸੀਂ ਆਪ ਜੀ ਦੀ ਸੇਵਾ ਵਿੱਚ ਇੱਕ ਬੜਾ ਮਹੱਤਵਪੂਰਨ ਟੌਪਿਕ ਲੈ ਕੇ ਆ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰੀਏ, ਮੈਂ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਾਸੀਓ ਅਤੇ ਖਾਲਸਾ ਪੰਥ ਦੇ ਸਿਰਦਵਾਰ ਸੋ, ਪੰਜਾਬ ਦੇ ਜੋ ਹਾਲਾਤ ਇਹਨਾਂ ਦਿਨਾਂ ਵਿੱਚ ਬਣਦੇ ਜਾ ਰਹੇ ਨੇ ਔਰ ਕਿ ਹੋਰ ਜਿਸ ਤਰੀਕੇ ਨਾਲ ਪੰਜਾਬ ਅਤੇ ਹਿੰਦੁਸਤਾਨ ਦੀ ਜੰਗ ਨਵਾਂ ਕਰਵਟ ਲੈਂਦੀ ਜਾ ਰਹੀ ਹੈ, ਉਸ ਦੇ ਵਿੱਚ ਅਸੀਂ ਅੱਜ ਦਾ ਟੌਪਿਕ ਲੈ ਕੇ ਆਏ ਹਾਂ ਕਿ ਕੀ ਇਸ ਪੰਜਾਬ ਦੇ ਕਿਸਾਨੀ ਆਧਾਰਿਤ ਸੰਦੋਲਨ ਵਿੱਚੋਂ ਕੀ ਕੋਈ ਬਦਲਵੀਂ ਰਾਜਨੀਤਿਕ ਲਹਿਰ ਜਾਂ ਪਾਰਟੀ ਨਿਕਲ ਸਕਦੀ ਹੈ। ਕਿਉਂਕਿ ਪਿਛਲੇ 50 ਸਾਲ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਪੰਜਾਬ ਦਾ ਖਾਸ ਤੌਰ 'ਤੇ ਸਿੱਖ ਸਿਆਸਤ ਦਾ ਅਤੇ ਪੰਜਾਬ ਦੀ ਸਿਆਸਤ ਦਾ, ਕਿ ਜੋ ਲੋਕ ਪੰਜਾਬ ਦੀ ਸਿਆਸਤ ਔਰ ਸੱਤਾ ਦੇ ਉੱਤੇ ਹਾਵੀ ਰਹੇ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਜਾਂ ਅਕਾਲੀ ਦਲ ਦਾ ਇੱਕ ਪਰਿਵਾਰ ਹੈ, ਉਹਦਾ ਬਦਲਵਾਂ ਜਿਹੜਾ ਪ੍ਰਬੰਧ ਹੈ, ਉਹਦੀ ਬਦਲਵੀਂ ਰਾਜਨੀਤੀ ਉਹ ਅਜੇ ਤੱਕ ਨਹੀਂ ਸਿਰਜੀ ਜਾ ਸਕੀ। ਜੇ ਸਿਰਜੀ ਗਈ ਹੈ, ਯਤਨ ਕੀਤੇ ਗਏ ਨੇ, ਤਾਂ ਸਮੇਂ 'ਤੇ ਉਹਨਾਂ ਕਾਰਨਾਂ ਕਰਕੇ ਅਸਫਲ ਹੁੰਦੇ ਰਹੇ ਨੇ। ਪਰ ਅੱਜ 2020 ਦੇ ਇਸ ਮੁਕਾਮ ਉੱਤੇ ਇੱਕ ਐਸਾ ਮਹੱਤਵਪੂਰਨ ਮੋੜ ਆਇਆ ਹੈ ਜਿੱਥੇ ਅੱਜ ਸਾਡੇ ਸਾਹਮਣੇ ਇੱਕ ਮਹੱਤਵਪੂਰਨ ਸਵਾਲ ਫਿਰ ਖੜ੍ਹਾ ਹੋ ਗਿਆ ਕਿ ਕੀ ਜੋ ਪੰਜਾਬ ਦੇ ਵਿੱਚ ਜੋ ਕਿਸਾਨੀ ਅੰਦੋਲਨ ਜਿਨ੍ਹਾਂ ਵੀ ਮੁੱਦਿਆਂ ਨੂੰ ਲੈ ਕੇ ਜਾਂ ਕੇਂਦਰੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਵੇਂ ਵੀ ਸ਼ੁਰੂ ਹੋਇਆ ਹੈ ਔਰ ਜਿਸ ਪੜਾਅ ਇਹ ਅੱਗੇ ਵੱਧਦਾ ਜਾ ਰਿਹਾ ਹੈ, ਉਹਦੇ ਵਿੱਚੋਂ ਕੁਛ ਨਵੀਂ ਬਦਲਵੀਂ ਰਾਜਨੀਤਿਕ ਲਹਿਰ ਨਿਕਲ ਸਕਦੀ ਹੈ, ਕਿ ਪਾਰਟੀ ਕੋ ਨਿਕਲ ਸਕਦੀ ਹੈ, ਕਿ ਨੌਜਵਾਨ ਕੋਈ ਨਵੀਂ ਚੇਤਨਾ ਦੇ ਅੰਤਰਗਤ ਆ ਕੇ ਕੋਈ ਬਦਲਵੀਂ ਰਾਜਨੀਤੀ ਦੇ ਸਕਦੇ ਨੇ। ਅੱਜ 19 ਤਰੀਕ ਨੂੰ ਸਾਡੇ ਸਾਹਮਣੇ ਸਪਸ਼ਟ ਹੈ ਕਿ ਪਿਛਲੇ ਕੱਲ੍ਹ ਦੇ ਦਿਨ ਜੋ ਬਿੱਲ ਆਉਣਾ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹ 20 ਤਰੀਕ 'ਤੇ ਟਾਲ ਦਿੱਤਾ ਗਿਆ। ਅੱਜ ਉਹ ਬਿੱਲ ਪੇਸ਼ ਹੋ ਗਿਆ। ਜੋ ਬਿੱਲ ਪੇਸ਼ ਹੋਇਆ ਹੈ ਔਰ ਕਾਨੂੰਨ ਬਣੇਗਾ, ਕਿਸ ਤਰ੍ਹਾਂ ਬਣੇਗਾ, ਕਿਸ ਤਰੀਕੇ ਨਾਲ ਇਹਦੀਆਂ ਅੱਗੇ ਪਰਤਾਂ ਖੁੱਲ੍ਹਣਗੀਆਂ, ਇਹ ਆਉਣ ਵਾਲੇ ਦਿਨਾਂ 'ਚ ਸਭ ਪਤਾ ਲੱਗ ਜਾਏਗਾ। ਲੇਕਿਨ ਜੋ ਬਿੱਲ ਪੇਸ਼ ਹੋਇਆ ਹੈ ਪੰਜਾਬ ਵਿਧਾਨ ਸਭਾ ਕਾਂਗਰਸ ਲੈ ਕੇ ਆਈ ਹੈ, ਉਸ ਨਾਲ ਜੋ ਵੀ ਉਹਨਾਂ ਗੱਲਾਂ ਨੂੰ, ਜਿਨ੍ਹਾਂ ਗੱਲਾਂ ਨਾਲ ਕੇਂਦਰੀ ਕਾਨੂੰਨਾਂ ਨੇ ਅਸੁਰੱਖਿਅਤ ਕਰਤਾ ਸੀ ਕਿਸਾਨ ਨੂੰ, ਇਹ ਜਿਹੜੇ ਬਿੱਲ ਨੇ ਜੇ ਕਾਨੂੰਨ ਬਣ ਗਏ ਤਾਂ ਇਹਨਾਂ ਨਾਲ ਪੰਜਾਬ ਦੇ ਕਿਸਾਨੀ ਨੂੰ, ਮੰਡੀਆਂ ਨੂੰ ਔਰ MSP ਨੂੰ ਔਰ ਹੋਰ ਸਾਰੇ ਸਿਸਟਮ ਹੈ, ਜਿਹਦੀ ਕਿ ਇੱਕ ਤਰ੍ਹਾਂ ਦੀ ਮੰਗ ਐਸੀ ਬਣਾਤੀ ਗਈ ਹੈ ਕਿ MSP ਸਾਡੀ ਸਪਸ਼ਟ ਹੋ ਜਾਏ, ਸੁਰੱਖਿਅਤ ਹੋ ਜਾਏ, ਤਾਂ ਉਸ ਨੂੰ ਕੁਝ ਸੁਰੱਖਿਆ ਮਿਲਣ ਦਾ ਇਹਦੇ ਵਿੱਚ ਪ੍ਰਾਵਧਾਨ ਕੀਤੇ ਗਏ ਨੇ। ਬਿਜਲੀ ਬਾਰੇ ਬਿੱਲ ਪੇਸ਼ ਕੀਤਾ ਗਿਆ ਅਤੇ ਹੋਰ ਸਾਰੇ ਜਿਹੜੇ ਵੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਰਤਾਰੇ ਵਾਪਰੇ, ਉਸ ਨਾਲ ਕੁਝ ਗੱਲਾਂ ਸਪਸ਼ਟ ਹੋਈਆਂ ਨੇ ਕਿ ਅੱਜ ਭਾਵੇਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਜੋ ਰਵਾਇਤੀ ਪਾਰਟੀਆਂ ਨੇ ਜਾਂ ਜਿਨ੍ਹਾਂ ਦੇ ਵਿਰੋਧ ਵਿੱਚ ਜੋ ਬੈਠੀਆਂ ਪਾਰਟੀਆਂ ਕੰਮ ਕਰ ਰਹੀਆਂ ਨੇ, ਉਹਨਾਂ ਦਾ ਇੱਕ ਤਾਂ ਰਾਜਨੀਤਿਕ ਏਜੰਡਾ ਹੈ। ਜੋ ਰਾਜਨੀਤੀ 'ਚ ਕੋਈ ਪਾਰਟੀ ਹੈ ਤਾਂ ਰਾਜਨੀਤਿਕ ਏਜੰਡਾ ਲੈ ਕੇ ਜਾਏਗੀ ਨਾ, ਅੱਗੇ ਉਹਨੇ ਆਪਣੀ ਰਾਜਨੀਤੀ ਕਿਵੇਂ ਸੇਫ ਕਰਨੀ ਹੈ, ਇਹ ਵੱਖਰੀ ਦਿਖਣੀ ਹੁੰਦੀ ਹੈ। ਪਰ ਇਸ ਨਾਲ ਇੱਕ ਗੱਲ ਜਿਹੜੀ ਸਪਸ਼ਟ ਹੋ ਗਈ ਹੈ, ਉਹ ਹੈ ਭਾਰਤ ਦੇ ਵਿੱਚ ਜੋ ਫੈਡਰਲ ਸਟਰਕਚਰ, ਜਿਸ ਨੂੰ ਕਿ ਯੂਨੀਅਨ ਸਟਰਕਚਰ ਬਣਾ ਦਿੱਤਾ ਗਿਆ ਸੀ ਸਟੇਟਾਂ ਦਾ, ਕਿਉਂਕਿ ਸੰਵਿਧਾਨ ਕਹਿੰਦਾ ਹੈ ਕਿ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਜਦੋਂ ਕਿ ਇੱਥੇ ਸ਼ਬਦ ਆਉਣਾ ਚਾਹੀਦਾ ਹੈ ਇੰਡੀਆ ਇਜ਼ ਏ ਫੈਡਰੇਸ਼ਨ ਆਫ ਸਟੇਟਸ। ਇਹ ਲੜਾਈ ਪਿਛਲੇ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਭਾਰਤ ਨੂੰ ਫੈਡਰਲ ਸਟਰਕਚਰ ਜਿਹੜਾ ਹੈ ਉਸ ਦੀ ਮਜ਼ਬੂਤੀ ਵੱਲ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਕੇਂਦਰ ਸਰਕਾਰਾਂ ਇਸ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰ ਰਹੀਆਂ ਨੇ। ਔਰ ਇਹ ਜਿਹੜਾ ਬਿੱਲ ਆਏ ਨੇ ਜਾਂ ਕਾਨੂੰਨ ਬਣ ਗਏ ਨੇ, ਇਹਨਾਂ ਦਾ ਇੱਕ ਵੱਡਾ ਜਿਹੜਾ ਪਿੱਛੇ ਜੋ ਹਿੰਦੂ ਮਾਈਂਡਸੈਟ ਕੰਮ ਕਰ ਰਿਹਾ, ਜਾਂ ਜਿਸ ਢੰਗ ਦੇ ਨਾਲ ਪਿਛਲੇ ਜੋ ਘਟਨਾਵਾਂ ਸਾਹਮਣੇ ਆਈਆਂ ਨੇ, ਉਸ ਨਾਲ ਇਹ ਗੱਲ ਸਪਸ਼ਟ ਹੈ ਕਿ ਪੰਜਾਬ ਸਮੇਤ ਜਿਹੜੀਆਂ ਸਿੱਖ, ਮੁਸਲਮਾਨ, ਹੋਰ ਘੱਟ ਗਿਣਤੀਆਂ ਨੇ, ਪੰਜਾਬ ਦੀਆਂ ਸਟੇਟਾਂ ਦੇ ਨਾਲ ਹੋਰ ਸਟੇਟਾਂ ਜਿਹੜੀਆਂ ਨੇ, ਉਹਨਾਂ ਦੀ ਸ਼ਕਤੀ ਉੱਤੇ ਕੇਂਦਰ ਸਰਕਾਰ ਇਨਕਰੋਚ ਕਰ ਰਹੀ ਹੈ, ਉਹਨੇ ਸ਼ਕਤੀਆਂ ਨੂੰ ਖੋਹ ਰਹੀ ਹੈ ਔਰ ਇਹਨਾਂ ਨੂੰ ਹੋਰ ਕਮਜ਼ੋਰ ਕਰ ਰਹੀ ਹੈ। ਅੱਜ ਦੇ ਬਿੱਲਾਂ ਨਾਲ ਇਹ ਗੱਲ ਸਪਸ਼ਟ ਹੈ ਕਿ ਇਸ ਵੇਲੇ ਪੰਜਾਬ ਨੇ ਆਪਣਾ ਜਿਹੜਾ ਫੈਡਰਲ ਸਟਰਕਚਰ ਦਾ ਜਿਹੜਾ ਸਿਧਾਂਤ ਹੈ, ਜੋ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ, ਅਨੰਦਪੁਰ ਸਾਹਿਬ ਦੇ ਮੱਤੇ 'ਤੇ ਵੀ ਸਾਰੀ ਗੱਲਾਂ ਕੀਤੀਆਂ ਗਈਆਂ ਨੇ, ਉਸ ਨੂੰ ਅਸਰਟ ਕੀਤਾ ਹੈ ਕਿ ਹੇਅਰ ਵੀ ਆਰ, ਅਸੀਂ ਪੰਜਾਬੀ ਲੋਕ, ਸਿੱਖ ਲੋਕ ਔਰ ਜੋ ਸਾਡੀ ਪੰਜਾਬ ਦੀ ਸਾਰੀ ਪਾਰਟੀ ਜਿਵੇਂ ਇੱਕ ਮਤ ਸਾਰਾ ਕੁਝ ਹੋਇਆ ਹੈ, ਉਸ ਦੇ ਨਾਲ ਉਹਨਾਂ ਨੇ ਇਹਨਾਂ ਬਿੱਲਾਂ ਨੂੰ ਪ੍ਰਵਾਨ ਕੀਤਾ ਹੈ। ਇਹ ਰਾਸ਼ਟਰਪਤੀ ਇਹਨਾਂ ਨੂੰ ਪ੍ਰਵਾਨਗੀ ਦਿੰਦਾ ਹੈ, ਕਾਨੂੰਨ ਬਣਦੇ ਨੇ, ਨਹੀਂ ਬਣਦੇ ਵੱਖਰੀ ਗੱਲ ਹੈ। ਲੇਕਿਨ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੀ ਜਿਹੜੀ ਜੰਗ ਹੈ, ਜੋ ਕਿ ਪਿਛਲੀ ਸਦੀਆਂ ਤੋਂ ਚੱਲਦੀ ਆ ਰਹੀ ਹੈ, ਉਹਦਾ ਵਿੱਚ ਇੱਕ ਨਵਾਂ ਮੋੜ ਆ ਗਿਆ। ਪਰ ਇਸ ਦੇ ਨਾਲ ਜੋ ਇਹ ਸੰਘਰਸ਼ ਕਿਸਾਨੀ ਅੰਦੋਲਨ ਚੱਲਦਾ ਹੈ, ਇਸ ਨਾਲ ਸਾਰੀਆਂ ਪਾਰਟੀਆਂ ਦੇ ਵਿੱਚ ਪ੍ਰਭਾਵਿਤ ਹੋਈਆਂ ਨੇ। ਸਾਰੀ ਪਾਰਟੀਆਂ ਦੇ ਵਿੱਚ ਇੱਕ ਮੰਥਨ ਚੱਲ ਰਿਹਾ।
ਆਪਣਾ ਆਪਣਾ ਇੰਟਰਸਟ ਜਿਹੜੇ ਨੇ, ਜਿਵੇਂ ਕਦੀ ਸੋਚਿਆ ਵੀ ਨਹੀਂ ਸੀ ਕਿ ਕੇਂਦਰ ਸਰਕਾਰ ਨਾਲੋਂ ਜਿਹੜਾ ਅਕਾਲੀ ਦਲ ਆਪਣਾ ਨਾਤਾ ਤੋੜ ਦੇਵੇਗਾ ਔਰ ਇੱਕ ਨਵੀਂ ਤਰੀਕੇ ਦੇ ਨਾਲ ਆਪਣੀ ਪਾਰਟੀ ਲੈ ਕੇ ਜਾਏਗਾ। ਸੋ ਇਹ ਸਾਰਾ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਕਿਸਾਨੀ ਅੰਦੋਲਨ 'ਚੋਂ ਨਿਕਲੀ ਹੈ। ਔਰ ਇਸ ਦੇ ਨਾਲ ਜੋ ਮੋਰਚੇ ਲੱਗ ਗਏ ਨੇ, ਜਿਹਦੇ ਨਾਲ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਨ੍ਹਾਂ ਵੀ ਗੱਲਾਂ ਦੇ ਕਰਕੇ ਉਹਨਾਂ ਨੇ ਇਹ ਮੋਰਚਾ ਲਗਾਇਆ ਹੈ, ਉਹ ਵੀ ਇੱਕ ਪੜਾਅ ਦਰ ਪੜਾਅ ਅੱਗੇ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਉਹਨਾਂ ਨੂੰ ਬੁਲਾਇਆ, ਫਿਰ ਉਹ ਵਾਪਸ ਆ ਗਏ। ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਨੂੰ ਜ਼ਲਾਲਤ ਮਹਿਸੂਸ ਕੀਤੀ ਗਈ ਕਿ ਇਹਨਾਂ ਲੋਕਾਂ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਖੈਰ, ਸਾਡਾ ਅੱਜ ਦਾ ਮਕਸਦ ਇਹ ਗੱਲ ਕਰਨ ਦਾ ਕਿ ਜੋ ਇਹ ਘਟਨਾਕ੍ਰਮ ਵਾਪਰ ਰਿਹਾ, ਜੋ ਇਹ ਸਾਡਾ ਪੰਜਾਬ 2020 ਦਾ ਜਾਂ ਇਸ ਤੋਂ ਬਾਅਦ ਦਾ 2025-30 ਦਾ, ਜੇਕਰ ਆਉਣ ਵਾਲੀ ਸਦੀਆਂ ਦਾ ਅਸੀਂ ਪੰਜਾਬ ਸੱਜਣਾ ਚਾਹੁੰਦੇ ਹਾਂ, ਉਹਦਾ ਇੱਕ 2020 ਆਧਾਰ ਪੁਆਇੰਟ ਬਣਦਾ ਜਾ ਰਿਹਾ ਹੈ। ਇੱਕ ਵੱਡੀ ਬਿਗਨਿੰਗ ਹੋ ਰਹੀ ਹੈ ਜਿਸ ਦੇ ਵਿੱਚੋਂ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਨਿਕਲ ਸਕਦੀ ਹੈ, ਨਵੀਂ ਤਰ੍ਹਾਂ ਦੀ ਇੱਕ ਲਹਿਰ ਨਿਕਲ ਸਕਦੀ, ਚੇਤਨਾ ਨਿਕਲ ਸਕਦੀ ਹੈ। ਕੀ ਇਸ ਦੇ ਨਾਲ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇੱਕ ਨਿਕਲ ਸਕਦੀ ਹੈ? ਕਿਉਂਕਿ ਸਾਡੇ ਸਾਹਮਣੇ 84 ਤੱਕ ਦਾ ਤਜਰਬਾ ਹੈ, ਸਾਡੇ ਕੋਲ 99 ਦਾ ਤਜਰਬਾ ਹੈ, ਸਾਡੇ ਕੋਲ 217 ਦਾ ਤਜਰਬਾ ਹੈ, ਔਰ ਸਾਡੇ ਕੋਲ ਉਸ ਤੋਂ ਬਾਅਦ ਹੀ ਜੋ ਘਟਨਾਵਾਂ ਵਾਪਰੀਆਂ ਨੇ ਕਿ ਬਦਲ ਉੱਠੇ, ਲੇਕਿਨ ਕੋਈ ਨਾ ਕੋਈ ਇਸ ਤਰੀਕੇ ਨਾਲ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਬਦਲ ਜੋ ਨੇ ਸਥਾਈ ਬਦਲ ਨਹੀਂ ਬਣਦੇ। ਸੰਘਰਸ਼ੀ ਲੋਕ ਆਪਣੀ ਥਾਂ 'ਤੇ ਸੰਘਰਸ਼ ਕਰਦੇ ਨੇ, ਬੜੀਆਂ ਕੁਰਬਾਨੀਆਂ ਹੋਈਆਂ, ਜੇਲ੍ਹਾਂ ਕੱਟੀਆਂ ਗਈਆਂ, ਸ਼ਹਾਦਤਾਂ ਹੋਈਆਂ, ਬੜਾ ਨੁਕਸਾਨ ਹੋਇਆ ਪੰਥ ਦਾ, ਸਿੱਖ ਪੰਥ ਦਾ। ਲੇਕਿਨ ਅਲਟੀਮੇਟਲੀ ਜੋ ਲੋਕ, ਜਿਹਨਾਂ ਲੋਕਾਂ ਦੇ ਖਿਲਾਫ ਸੰਘਰਸ਼ ਲੜਿਆ ਜਾ ਰਿਹਾ ਸੀ, ਉਹ ਹੀ ਸੱਤਾ 'ਚ ਆ ਜਾਂਦੇ ਰਹੇ। ਲੇਕਿਨ ਮਤਲਬ ਇਹ ਹੈ ਕਿ ਜੋ ਵੀ ਪਾਰਟੀਆਂ ਸੰਘਰਸ਼ ਲੜਦੀਆਂ ਰਹੀਆਂ ਨੇ, ਉਹ ਆਪਣੇ ਤੌਰ 'ਤੇ ਪੋਲੀਟੀਕਲੀ, ਆਈਡੀਓਲੋਜੀਕਲੀ ਔਰ ਲਾਮਬੰਦੀ ਦੇ ਦ੍ਰਿਸ਼ਟੀਕੋਣ ਤੋਂ ਜਾਂ ਹੋਰ ਕਾਰਨਾਂ ਕਰਕੇ ਆਪਣੇ ਆਪ ਨੂੰ ਇਸ ਢੰਗ ਦੇ ਨਾਲ ਨਹੀਂ ਜਥੇਬੰਦ ਕਰ ਸਕੀਆਂ ਕਿ ਉਹ ਇੱਕ ਉਹਨਾਂ ਦਾ ਬਦਲਵਾਂ ਬਦਲ ਬਣ ਸਕਦੇ, ਬਦਲਵੀਂ ਰਾਜਨੀਤੀ ਦੇ ਸਕਦੇ, ਬਦਲਵੇਂ ਆਦਰਸ਼ ਦੇ ਸਕਦੇ, ਬਦਲਵੀਂ ਆਗੂ ਦੇ ਸਕਦੇ, ਬਦਲਵੀਆਂ ਪਾਰਟੀਆਂ ਦੇ ਸਕਦੇ। ਪਰ ਉਹ ਨਹੀਂ ਹੋ ਕੁਛ ਹੋਇਆ। 2017 'ਚੋਂ ਹਾਲਾਤ ਬਣੇ ਸੀ, ਉਹਦੇ ਜਿਵੇਂ ਆਮ ਆਦਮੀ ਪਾਰਟੀ ਦਾ ਇੱਕ ਚਾਂਸ ਬਣ ਰਿਹਾ ਸੀ, ਉਸ ਨੂੰ ਕਾਂਗਰਸ ਨੇ ਸਰਕਾਰ ਸੱਤਾ 'ਚ ਆ ਗਈ, ਅਤੇ ਇੱਕ ਬਦਲਵਾ ਨਹੀਂ ਬਦਲ ਸਕਣਗੇ। ਪਰ ਅੱਜ ਜੋ ਸਥਿਤੀ ਹੈ, ਉਹ ਸਥਿਤੀ ਦੇ ਵਿੱਚ ਜਿਵੇਂ ਇੱਕ ਕਿਸਾਨੀ ਸੰਘਰਸ਼ ਅੱਗੇ ਵੱਧ ਰਿਹਾ, ਔਰ ਜਿਵੇਂ ਨੌਜਵਾਨ ਲੋਕ ਉਹ ਇਸ ਵਿੱਚ ਸ਼ਾਮਲ ਹੋ ਕੇ ਥਾਂ ਥਾਂ ਜਾ ਰਹੇ ਨੇ, ਗਾਇਕ ਲੋਕ ਨੇ, ਨੌਜਵਾਨ ਆਗੂ ਨੇ, ਵਿਦਵਾਨ ਨੇ, ਔਰ ਉਹ ਜਿਸ ਢੰਗ ਦੇ ਨਾਲ ਇੱਕ ਨਵੀਂ ਚੇਤਨਾ ਦੇ ਵਿੱਚ ਆ ਕੇ ਇਸ ਪਿਛਲੇ ਸਾਰੇ ਇਤਿਹਾਸ ਨੂੰ ਨਾਲ ਲੈ ਕੇ ਸਾਡੀ ਇਸ ਸੰਘਰਸ਼ ਨੂੰ ਲੈ ਕੇ ਅੱਗੇ ਗੱਲ ਕਰ ਰਹੇ ਨੇ, ਵਿਚਾਰ ਦੇ ਰਹੇ ਨੇ, ਸੰਘਰਸ਼ ਲੜ ਰਹੇ ਨੇ। ਕੀ ਇਹਨਾਂ ਵਿੱਚੋਂ ਕੋਈ ਆਪਾਂ ਆਸ ਰੱਖ ਸਕਦੇ ਹਾਂ ਕਿ ਇਹ ਮੋਰਚਾ, ਭਾਵੇਂ ਇਹ ਮੋਰਚਾ ਆਪਣੀਆਂ ਮੰਗਾਂ ਤੱਕ ਸੀਮਿਤ ਰਹਿ ਜਾਂਦਾ ਹੈ, ਮੰਗਾਂ ਮਨਵਾਉਣ ਤੱਕ ਸੀਮਿਤ ਰਹਿ ਜਾਂਦਾ ਹੈ? ਕਿਉਂਕਿ ਮੇਰਾ ਇੱਕ ਸਵਾਲ ਇੱਕ ਹੋਰ ਵੀ ਹੈ ਨਾ ਜੀ, ਕਿ ਜੇਕਰ MSP ਮਜ਼ਬੂਤ ਆਪਣੀ ਲੀਗਲ ਰਾਈਟ ਬਣਾ ਲਈ ਗਈ, ਜਿਵੇਂ ਅੱਜ ਕਹਿਤਾ ਕਿ 3 ਸਾਲ ਦੀ ਸਜ਼ਾ ਹੋਏਗੀ, ਜਾਂ ਉਸ ਦਾ ਹੋਰ ਜੋ ਨਜ਼ਰ ਲਈ ਜਾਣਗੇ, ਇਹ ਜੋ ਕਰ ਕਿਸਾਨੀ ਦਾ ਅੰਦੋਲਨ ਦਾ ਜਿਹੜਾ ਉਸ ਦੇ ਵਿੱਚ ਸੰਪਰਸ਼ ਬਣਦਾ ਹੈ, ਤਾਂ ਉਸ ਦੇ ਨਾਲ ਕੀ ਕਿਸਾਨ ਜਿਹੜੇ ਨੇ ਸੁਰੱਖਿਅਤ ਹੋ ਜਾਣਗੇ? ਕੀ ਕਿਸਾਨੀ ਬਚ ਜਾਏਗੀ? ਕਿ ਪੰਜਾਬ ਨੂੰ ਜੋ ਇਹ ਚੈਲੰਜ ਮਿਲਿਆ ਹੈ, ਉਸ ਚੈਲੰਜ ਦੇ ਵਿੱਚ ਇਹ ਸੁਰਖਰੂ ਹੋ ਕੇ ਕਿ ਕਿਸਾਨ ਦੀ ਜਿਹੜੀ ਸਥਿਤੀ ਹੈ ਜਾਂ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹ ਮਜ਼ਬੂਤ ਹੋ ਜਾਏਗੀ? ਕਿਉਂਕਿ MSP ਪਹਿਲਾਂ ਵੀ ਮਿਲ ਰਿਹਾ ਸੀ, ਮੰਡੀਆਂ ਪਹਿਲਾਂ ਵੀ ਸਨ, ਲੇਕਿਨ 25 ਸਾਲ ਤੋਂ ਪਿਛਲੇ ਜਿਵੇਂ ਲੰਮੇ ਵੱਡੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਨੇ, ਉਸ ਨਾਲ ਵੀ ਤਾਂ ਸਾਡੀ ਸਥਿਤੀ ਨਹੀਂ ਸੰਭਲ ਸਕੀ। ਕੀ ਇਹ ਜਿਹੜੀ ਸੁਰੱਖਿਆ ਮਿਲ ਰਹੀ ਹੈ, ਇਸ ਨਾਲ ਸਾਡੀ ਇਹ ਮਸਲਾ ਹੱਲ ਹੋ ਜਾਏਗਾ? ਪਰ ਸਾਡਾ ਮੁੱਦਾ ਇਹ ਹੈ ਕਿ ਸਮੇਂ ਅਤੇ ਇਤਿਹਾਸ ਨੇ ਜੋ ਇਸ ਕਿਸਾਨ ਵਿਰੋਧੀ ਜੋ ਕਾਨੂੰਨ ਬਣੇ ਨੇ, ਇਸ ਦੇ ਨਾਲ ਜੋ ਇੱਕ ਸਥਿਤੀ ਪੈਦਾ ਕੀਤੀ ਹੈ, ਜੋ ਚੁਣੌਤੀ ਮਿਲੀ ਹੈ, ਔਰ ਇਸ ਚੁਣੌਤੀ ਪ੍ਰਤੀ ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ ਕਿਵੇਂ ਰਿਸਪੌਂਸ ਕਰਦੇ ਨੇ? ਕਿਉਂਕਿ ਵਿਚਾਰ ਐਸਾ ਹੈ ਕਿ ਜਦੋਂ ਇੱਕ ਅੰਡਰ ਕਰੰਟ ਦੇ ਵਿੱਚ ਕੋਈ ਗੱਲ ਚੱਲਦੀ ਰਹਿੰਦੀ ਹੈ, ਸਤ੍ਹਾ ਦੇ ਹੇਠਾਂ ਚੱਲਦੀ ਹੈ, ਤਾਂ ਉਸ ਦੇ ਨਾਲ ਉਹ ਜਿਹੜਾ ਬਲਬਲਾ ਹੈ ਜਾਂ ਜਜ਼ਬੇ ਨੇ ਜਾਂ ਦਿਮਾਗ, ਤੁਹਾਡੇ ਜਿਹੜੀ ਚੇਤਨਾ ਹੈ, ਜਿਹਨੂੰ ਸਬਕੌਂਸ਼ੀਅਸ ਚੇਤਨਾ ਕਹਿੰਦੇ ਆ, ਉਹਦੇ ਵਿੱਚ ਜੋ ਕੁਛ ਪਲ ਰਿਹਾ ਹੁੰਦਾ ਹੈ, ਉਹ ਸਮੇਂ ਆਉਣ 'ਤੇ ਉਹ ਅੰਕੁਰ ਮਿਲ ਜਾਂਦਾ ਹੈ। ਕਿਸਾਨੀ ਨਾਲ ਸੰਬੰਧੀ ਜੋ ਅੰਦੋਲਨ ਚੱਲ ਰਿਹਾ ਹੈ, ਇਹ ਹੌਲੀ ਹੌਲੀ ਸਮੁੱਚੇ ਪੰਜਾਬ ਦਾ ਅੰਦੋਲਨ ਬਣ ਰਿਹਾ ਹੈ। ਇਹਦੇ 'ਚ ਹਿੰਦੂ ਵੀ ਆ ਰਹੇ ਨੇ, ਮੁਸਲਮਾਨ ਭਰਾ ਵੀ ਨੇ, ਈਸਾਈ ਭਰਾ ਵੀ ਨੇ, ਔਰ ਸਾਰੇ ਜਿਹੜੇ ਸਿੱਖ ਜਿਹੜੇ ਖਾਸ ਦੀ ਕਿਸਾਨੀ ਹੈ ਔਰ ਸ਼ਹਿਰੀ ਲੋਕ ਨੇ, ਉਹ ਵੀ ਇਹਦੇ 'ਚ ਇਨਵਾਲਵ ਹੋ ਰਹੇ ਨੇ। ਇਸ ਦਾ ਮਤਲਬ ਇਹ ਹੈ ਕਿ ਕਿਸਾਨੀ ਅੰਦੋਲਨ, ਕਿਉਂਕਿ ਇਹਦੇ ਨਾਲ ਹਰ ਬੰਦਾ ਇਫੈਕਟ ਹੋ ਰਿਹਾ ਹੈ, ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਇਸ ਦੇ ਨਾਲ ਸਾਰੇ ਇਫੈਕਟ ਹੁੰਦੇ ਆ, ਔਰ ਇਹ ਅਗਰ ਜ਼ਮੀਨ 'ਤੇ ਉਤਾਰ ਦਿੱਤਾ ਗਿਆ ਤਾਂ ਇਸ ਦੇ ਨਾਲ ਬੜੇ ਮਾਰੂ ਨਤੀਜੇ ਨਿਕਲਣਗੇ। ਹੁਣ ਇਸ ਸਥਿਤੀ ਦੇ ਵਿੱਚ ਪੰਜਾਬ ਦਾ ਅੰਦੋਲਨ ਬਣ ਰਿਹਾ ਹੈ, ਅਤੇ ਇਹਦੀਆਂ ਰਾਜਨੀਤਿਕ ਦਿਸ਼ਾਵਾਂ ਕੀ ਨੇ?
ਇਹ ਸਾਡੇ ਸਾਹਮਣੇ ਇੱਕ ਵੱਡਾ ਕੁਐਸਚਨ ਹੈ। ਸੋ ਮੈਂ ਇਸ ਨੂੰ ਮਹਿਸੂਸ ਇਸ ਤਰ੍ਹਾਂ ਕਰਦਾ ਕਿ ਇਹ ਇੱਕ ਵਿਚਾਰਧਾਰਾ ਦੀ ਜੰਗ ਸ਼ੁਰੂ ਹੋ ਗਈ ਹੈ। ਇੱਕ ਪ੍ਰਚਲਿਤ ਵਿਚਾਰਧਾਰਾ ਹਿੰਦੂਤਵ ਵਿਚਾਰਧਾਰਾ ਹੈ, ਹਿੰਦੂ ਮਾਈਂਡ ਸੈੱਟ ਹੈ ਜਿਹੜਾ ਕਿ ਇਸ ਸਾਰੇ ਦੇਸ਼ ਨੂੰ ਇੱਕ ਕਰਨਾ ਚਾਹੁੰਦਾ ਹੈ, ਭਾਵਨਾਤਮਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ, ਆਰਥਿਕ ਤੌਰ 'ਤੇ, ਹੋਰ ਸਾਰੀ ਚੀਜ਼ਾਂ ਦੇ ਨਾਲ। ਲੇਕਿਨ ਦੂਸਰੇ ਪਾਸੇ ਸਿੱਖ ਪੰਥ ਦੇ ਅੰਦਰ, ਪੰਜਾਬ ਦੇ ਅੰਦਰ ਵੀ ਇੱਕ ਵਿਚਾਰਧਾਰਾ ਦੀ ਜੰਗ ਚੱਲਦੀ ਹੈ। ਵਿਚਾਰਧਾਰਾ ਉਹ ਸਿੱਖੀ ਨੂੰ ਪ੍ਰਣਾਈ ਹੋਈ ਵੀ ਹੈ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ। ਇਹ ਜਿਹੜੀ ਵਿਚਾਰਧਾਰਕ ਪ੍ਰਚਲਿਤ ਵਿਚਾਰਧਾਰਾ ਅਤੇ ਨਵੀਂ ਵਿਚਾਰਧਾਰਾ ਦੀ ਜਿਹੜੀ ਜੰਗ ਹੈ, ਇਹਦੇ 'ਚ ਇੱਕ ਤਾਂ ਸਭ ਤੋਂ ਪਹਿਲਾਂ ਇਹ ਸਾਡੇ ਸਾਹਮਣੇ ਸੋਚਣ ਦੀ ਲੋੜ ਹੈ ਕਿ ਜਦੋਂ ਕੋਈ ਲੋਕ ਬਦਲ ਬਣਦਾ ਹੈ ਤਾਂ ਉਹਦੀ ਸਭ ਤੋਂ ਪਹਿਲਾਂ ਕੀ ਚੀਜ਼ਾਂ ਦੀ ਲੋੜ ਹੁੰਦੀ ਹੈ। ਸਮੇਂ ਅਤੇ ਹਾਲਾਤ ਨਾਲ ਲੋੜਾਂ, ਉਹ ਲੋੜਾਂ ਪੈਦਾ ਹੋ ਗਈਆਂ ਨੇ। ਦੂਸਰੀ ਹੁੰਦੀ ਹੈ ਵਿਚਾਰਧਾਰਾ, ਵਿੱਚ ਕਿਸ ਵਿਚਾਰਧਾਰਾ 'ਤੇ ਉਹ ਬਦਲਵਾਂ ਜਿਹੜਾ ਲਿਆਂਦੀ ਜਾਣੀ ਚੇਤਨਾ ਜਾਂ ਲਹਿਰ ਜਾਂ ਪਾਰਟੀ, ਉਹ ਕਿਸ ਵਿਚਾਰਧਾਰਾ 'ਤੇ ਆਧਾਰਿਤ ਹੋਵੇਗੀ। ਇਹਦੇ ਵਿੱਚ ਬੜੀ ਸਪਸ਼ਟ ਹੋ ਗਈ ਹੈ ਕਿ ਜੋ ਵਿਚਾਰਧਾਰਾ ਖਾਸ ਤੌਰ 'ਤੇ 1947 ਤੋਂ ਬਾਅਦ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਜੋ ਕੁਛ ਵੀ ਹੁੰਦਾ ਰਿਹਾ, ਉਹ ਜਿਹੜੀ ਵਿਚਾਰਧਾਰਾ, ਸਿੱਖ ਵਿਚਾਰਧਾਰਾ, ਖਾਲਸੀ ਵਿਚਾਰਧਾਰਾ, ਗੁਰੂ ਨਾਨਕ ਦਾ ਫਲਸਫਾ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਉਸ ਦੇ ਆਧਾਰਿਤ ਜੋ ਵੀ ਇੱਥੇ ਵਿਚਾਰਧਾਰਾ ਚੱਲਦੀ ਆਈ ਹੈ, ਭਾਵੇਂ 70 ਦੇ ਵਿੱਚ ਉਸ ਨੂੰ ਮਾਰਕਸਵਾਦੀ ਜਾਂ ਨਕਸਲਵਾਦੀ ਵਿਚਾਰਧਾਰਾ ਨੇ ਓਵਰਸ਼ੈਡੋ ਕਰਨ ਦਾ ਯਤਨ ਕੀਤਾ ਸੀ, ਪਰ ਅਲਟੀਮੇਟਲੀ ਜਿਹੜਾ ਹੈ ਉਹ ਪੰਜਾਬ ਦੀ ਧਰਤੀ 'ਤੇ ਸਿੱਖ ਵਿਚਾਰਧਾਰਾ ਹੀ ਪ੍ਰਫੁੱਲਤ ਹੈ। ਸਿੱਖ ਵਿਚਾਰਧਾਰਾ ਆਧਾਰਿਤ ਹੀ ਨਵਾਂ ਇਨਕਲਾਬ ਜਾਂ ਨਵੀਂ ਵਿਚਾਰਧਾਰਕ ਚੇਤਨਾ ਜਾਂ ਤੁਸੀਂ ਕਹਿ ਸਕਦੇ ਹੋ ਲਹਿਰ ਜਾਂ ਪਾਰਟੀ ਬਣਾਈ ਜਾ ਸਕਦੀ ਹੈ। ਦੂਜੀ ਗੱਲ ਸਪਸ਼ਟ ਹੈ ਕਿ ਸਥਿਤੀ ਬਣੀ ਹੈ, ਲੋੜਾਂ ਬੜੀਆਂ ਨੇ। ਪੰਜਾਬ ਦਾ ਨੌਜਵਾਨ, ਪੰਜਾਬ ਦੀ ਕਿਸਾਨੀ ਔਰ ਕਿਸਾਨ ਜਥੇਬੰਦੀਆਂ ਇਸ ਦੇ ਪ੍ਰਤੀ ਰਿਸਪੌਂਸ ਕਰ ਰਹੀਆਂ ਨੇ। ਦੂਸਰੀ ਵਿਚਾਰਧਾਰਾ ਸਾਹਮਣੇ ਆ ਰਹੀ ਹੈ। ਤੀਸਰੇ ਹੈ ਆਗੂ। ਤੀਸਰੀ ਜਿਹੜੀ ਲੋੜ ਹੁੰਦੀ ਹੈ ਰਾਜਨੀਤਿਕ ਚੇਤਨਾ ਵਾਸਤੇ ਖਾਲਸਾ ਜੀ, ਉਹ ਹੈ ਰਾਜਨੀਤਿਕ ਜੋ ਆਗੂ ਕਿਹੜੇ ਆਉਂਦੇ ਨੇ। ਇੱਕ ਤਾਂ ਪ੍ਰਚਲਿਤ ਸਥਾਪਿਤ ਆਗੂ ਨੇ ਜਿਹੜੇ ਕਿ ਕਾਂਗਰਸ 'ਚ ਵੀ ਨੇ, ਅਕਾਲੀ ਦਲ ਦੇ ਬਾਹਰ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਦੀਆਂ ਅਕਾਲੀ ਦਲ ਦੀ ਵਿਰੋਧ ਕਰਦੀਆਂ, ਚਾਹੇ ਅਕਾਲੀ ਦਲ ਅੰਮ੍ਰਿਤਸਰ ਹੈ, ਚਾਹੇ ਡੈਮੋਕ੍ਰੈਟਿਕ ਹੈ, ਚਾਹੇ ਦੂਜੀਆਂ ਸੰਘਰਸ਼ੀਲ ਧਿਰਾਂ ਨੇ ਜਾਂ ਹੋਰ ਜੋ ਧਿਰਾਂ ਨੇ। ਇੱਕ ਤਾਂ ਉਹਨਾਂ ਦੀ ਲੀਡਰਸ਼ਿਪ ਹੈ। ਇੱਕ ਆਮ ਆਦਮੀ ਪਾਰਟੀ ਦੀ ਨਵੀਂ ਲੀਡਰਸ਼ਿਪ ਉੱਭਰੀ ਸੀ, ਇਹ ਵੀ ਕੋਈ ਵਿਚਾਰਧਾਰਾ ਲੈ ਕੇ ਆਏ ਸੀ, ਜਿਹਨੂੰ ਕਿ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਤੇਰਵਾ ਕੀਤਾ। ਸਵਰਾਜ ਇੱਕ ਪੈਂਫਲੇਟ ਆਇਆ, ਸਵਰਾਜ ਦੇ ਨਾਂ ਦੀ ਵਿਚਾਰਧਾਰਾ ਦੇ ਆਧਾਰ 'ਤੇ ਉਹਨਾਂ ਨੇ ਆਪਣੇ ਆਪ ਨੂੰ ਉਸ 'ਤੇ ਕਬਜ਼ ਕੀਤਾ ਔਰ ਚਲਾ ਰਹੇ ਨੇ ਰਾਜ। ਪਰ ਜੋ ਸਿੱਖ ਵਿਚਾਰਧਾਰਾ ਦੀ ਜਿਹੜੀ ਸੋਚ ਹੈ, ਉਹਦੇ ਵਿੱਚ ਵੀ ਅਜੇ ਕਈ ਤਰ੍ਹਾਂ ਦੀਆਂ ਪਰਤਾਂ ਖੁੱਲ੍ਹਣੀਆਂ ਨੇ ਕਿ ਸਿੱਖ ਵਿਚਾਰਧਾਰਾ ਕਿਹੋ ਜਿਹਾ ਸਮਾਜ ਸਿਰਜਦੀ ਹੈ, ਕਿਹੋ ਜਿਹਾ ਮਨੁੱਖ ਸਿਰਜਦੀ ਹੈ, ਉਹਦਾ ਕਿਹੋ ਜਿਹਾ ਇਕੋਨੋਮਿਕ ਮਾਡਲ ਹੈ, ਉਹਦਾ ਕਿਹੋ ਜਿਹਾ ਰਾਜਨੀਤਿਕ ਮਾਡਲ ਹੈ, ਉਹਦਾ ਸ਼ਾਸਕੀ ਮਾਡਲ ਕੀ ਹੈ, ਉਹਦੀ ਕਲਚਰਲ ਨੀਤੀ ਕੀ ਹੈ, ਉਹਦੀ ਖੇਡਾਂ ਪ੍ਰਤੀ ਵਿਦਿਅਕ ਨੀਤੀ ਕੀ ਹੈ। ਸਾਰਾ ਪੰਜਾਬ ਦੇ ਉਸ ਸਿੱਖ ਵਿਚਾਰਧਾਰਾ ਦੇ ਆਧਾਰਿਤ ਮਾਡਲ ਦਾ ਇੱਕ ਵੱਡਾ ਪੱਖ ਹੈ। ਸੋ ਮੈਂ ਸਮਝਦਾ ਕਿ ਇਹਦੇ 'ਚ ਜਿਹੜਾ ਤੀਸਰਾ ਪੱਖ ਹੈ ਉਹ ਵਿਚਾਰਧਾਰਕ ਆਗੂ ਦਾ, ਕਿ ਉਹ ਕਿੰਨਾ ਕੁ ਪ੍ਰਣਾਏ ਹੋਏ ਨੇ ਵਿਚਾਰਧਾਰਕ ਆਗੂ ਨੂੰ। ਆਗੂ ਦੇ ਕੋਲ ਉਹਦਾ ਰੁਤਬਾ ਕੀ ਹੈ, ਉਹਦੀ ਸਮਝ ਕੀ ਹੈ, ਉਸ ਦੀ ਜਿਹੜੀ ਸੋਚ ਕਿਵੇਂ ਲਾਮਬੰਦ ਕਰ ਸਕਦੀ ਹੈ, ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇੱਕ ਆਮ ਤੌਰ 'ਤੇ ਆਗੂ ਹੁੰਦੇ ਨੇ, ਇੱਕ ਹੁੰਦੇ ਨੇ ਖਾਸ ਤੌਰ 'ਤੇ ਇੰਟੈਲੈਕਚੁਅਲ ਪ੍ਰਵਿਰਤੀ ਵਾਲੇ, ਇੰਟੈਲੈਕਚੁਅਲ ਸੋਚ ਵਾਲੇ ਆਗੂ। ਉਹ ਜਿਹੜੀ ਵਿਚਾਰਧਾਰਕ ਆਗੂਆਂ ਦੀ ਲੋੜ ਹੈ, ਉਹ ਮੈਂ ਸਮਝਦਾ ਕਿ ਇਹ ਜਿਹੜਾ ਅੰਦੋਲਨ ਹੈ ਉਹ ਹੌਲੀ ਹੌਲੀ ਪੈਦਾ ਕਰ ਰਿਹਾ ਹੈ, ਖਾਸ ਤੌਰ 'ਤੇ ਜਿਹੜੀ ਨੌਜਵਾਨੀ ਹੈ। ਕਿਉਂਕਿ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਪਿਛਲੀ ਜਿਹੜੀ ਸੰਘਰਸ਼ ਲੜੇ ਗਏ ਸੀ ਉਹਦੇ ਵਿੱਚ ਜਜ਼ਬਾਤ ਜ਼ਿਆਦਾ ਹਾਵੀ ਸਨ ਔਰ ਇੱਕ ਐਕਸਟ੍ਰੀਮ ਦਾ ਜਿਹੜਾ ਆਦਰਸ਼ ਸੀਗਾ ਉਸ ਬਾਰੇ ਵੀ ਇੱਕ ਸਪਸ਼ਟਤਾ ਨਾ ਹੋ ਸਕੀ। ਅਤੇ ਇੱਕ ਬਾਰੇ ਮੈਂ ਸਮਝਦਾ ਕਿ ਉਹ ਇਸ ਗੱਲੋਂ ਵੀ ਮਾਰ ਖਾ ਗਏ ਕਿਉਂਕਿ ਸਟੇਟ ਜਿਹੜੀ ਸੀ ਲੋੜ ਤੋਂ ਵਧੇਰੇ ਉਸਨੇ ਐਕਟ ਕਰਕੇ ਪੂਰੀਆਂ 2 ਨਸਲਾਂ ਹੀ ਜਿਹੜੀਆਂ ਨੇ ਉਸ ਸੰਘਰਸ਼ ਦੀਆਂ ਕੁਰਬਾਨ ਹੋ ਗਈਆਂ। ਅੱਜ ਜਿਹੜੀ ਸੰਘਰਸ਼ ਜਿਹੜੀ ਨੌਜਵਾਨ ਪੀੜ੍ਹੀ ਆ ਰਹੀ ਹੈ ਉਹ ਬੜੀ ਇੰਟੈਲੀਜੈਂਟ ਹੈ ਔਰ ਬੜੀ ਸਿੱਖੀ ਨਾਲ ਜੁੜੀ ਹੋਈ ਹੈ ਔਰ ਸਾਰੀ ਦੁਨੀਆ ਦੇ ਪਰਿਪੇਖ ਨੂੰ ਵਿਚਾਰਦੀ ਹੈ, ਇਸ ਜੀਓਪੋਲੀਟੀਕਲ ਸਪੇਸ ਨੂੰ ਵਿਚਾਰਦੀ ਹੈ, ਸਮਝਦੀ ਹੈ। ਔਰ ਭਾਰਤ ਦੀ ਜਿਹੜੀ ਸਥਿਤੀ ਹੈ, ਕਿਉਂਕਿ ਪਹਿਲਾਂ ਭਾਰਤ ਉੱਤੇ ਕਾਂਗਰਸ ਰਾਜ ਕਰਦੀ ਸੀ, ਉਹਦਾ ਸੈਕੂਲਰ ਔਰ ਨਰਮ ਹਿੰਦੂਤਵ ਦਾ ਏਜੰਡਾ ਸੀ। ਲੇਕਿਨ ਇਹ ਜਿਹੜੀ ਹੁਣ ਜਿਹੜਾ ਆਊਟਫਿਟ ਹੈ ਭਾਰਤ ਰਾਜ ਕਰ ਰਿਹਾ, ਉਹਦਾ ਹਿੰਦੂਤਵ ਕਠੋਰ ਹਿੰਦੂਤਵ ਦੇ 'ਤੇ ਰਾਜ ਕਰਕੇ ਇਹ ਸਾਰੀ ਦੁਨੀਆ ਨੂੰ, ਸਾਰੇ ਪੰਜਾਬ ਨੂੰ ਔਰ ਸਾਰੇ ਸਟੇਟਾਂ ਨੂੰ ਇੱਕ ਤਰ੍ਹਾਂ ਦਾ ਇੱਕ ਚੈਲੰਜ ਦੇ ਰਹੀ ਹੈ। ਸੋ ਇੱਥੇ ਮੈਂ ਸਮਝਦਾ ਕਿ ਜਿਹੜਾ ਸਾਡੇ ਸਾਹਮਣੇ ਸਥਿਤੀ ਹੈ ਆਗੂ ਸਾਹਮਣੇ ਨਿਕਲਣ ਵਾਲੀ, ਕਿ ਇਹ ਤੋਂ ਆਗੂ ਕਿਵੇਂ ਨਿਕਲਦਾ ਹੈ, ਉਹ ਵੀ ਇਹਦੇ 'ਚੋਂ ਨਿਕਲ ਰਿਹਾ। ਚੌਥੀ ਗੱਲ ਹੈ ਲਾਮਬੰਦੀ ਦੀ। ਲਾਮਬੰਦੀ ਵਾਸਤੇ ਕਿਸਾਨ ਜਥੇਬੰਦੀਆਂ ਵਰਕ ਕਰ ਰਹੀਆਂ ਨੇ,
ਕਿਸਾਨਾਂ ਦਾ ਇੱਕ ਵਰਗ ਜਿਹੜਾ ਹੈ ਉਹ ਮੰਗਾਂ ਮਨਵਾਉਣ ਤੱਕ ਸੀਮਿਤ ਰਿਹਾ, ਕਿਉਂਕਿ ਜਿਹੜੀ ਬਜ਼ੁਰਗ ਲੀਡਰਸ਼ਿਪ ਹੋ ਚੁੱਕੀ ਹੈ ਉਹ ਮੰਗਾਂ ਮਨਵਾਉਂਦੀ ਇੱਥੇ ਤੱਕ ਪਹੁੰਚ ਗਈ। ਉਹਨਾਂ ਨੇ ਕਈ ਸੰਘਰਸ਼ ਲੜੇ, ਕੁਰਬਾਨੀਆਂ ਕੀਤੀਆਂ, ਮੰਗਾਂ ਮਨਵਾਈਆਂ, ਫਿਰ ਸੰਘਰਸ਼ 'ਤੇ ਆ ਗਏ, ਪੈਸਾ ਨਹੀਂ ਮਿਲ ਰਿਹਾ, ਫਿਰ ਸੰਘਰਸ਼ 'ਤੇ ਆ ਗਏ, ਇਸ ਤਰ੍ਹਾਂ ਕਰਨ ਲੱਗੇ। ਲੇਕਿਨ ਇਹਦੇ ਵਿੱਚ ਜਿਹੜੀ ਸੰਘਰਸ਼ ਦੀ ਜਿਹੜੀ ਨਵੀਂ ਲੀਡਰਸ਼ਿਪ ਨਿਕਲ ਰਹੀ ਹੈ ਉਹ ਸਮਝਦੀ ਹੈ ਕਿ ਇਸ ਨਾਲ ਸਾਨੂੰ ਜਿਹੜਾ ਇੱਕ ਜੋ ਪ੍ਰਾਚੀਨ ਸਮੇਂ ਤੋਂ ਪੰਜਾਬ ਇੱਕ ਇੰਡੀਪੈਂਡੈਂਟ ਰਿਹਾ ਹੈ, ਖੁਦਮੁਖਤਿਆਰ ਰਿਹਾ ਹੈ, ਉਸ ਦੇ ਨਾਲ ਇਸ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਸਿੱਖੀ ਦਾ ਬੋਲਬਾਲਾ ਕਿਵੇਂ ਹੋ ਸਕਦਾ ਹੈ, ਦੁਨੀਆ 'ਚ ਕਿਵੇਂ ਸਿੱਖ ਫੈਲ ਗਿਆ, ਉਸ ਦਾ ਵਿੱਚ ਪੰਜਾਬ ਦਾ ਸਿੱਖ ਜਿਹੜਾ ਹੈ ਜਾਂ ਸਿੱਖ ਪੰਥ ਕੀ ਰੋਲ ਅਦਾ ਕਰ ਸਕਦਾ ਹੈ, ਔਰ ਇਹ ਕਿਵੇਂ ਅੱਜ ਦੇ ਇਸ ਨਵੇਂ ਲਾਮਬੰਦੀ ਨੂੰ ਕਰਦਿਆਂ ਨਵੇਂ ਜੋ ਮੀਨਸ ਆ ਗਏ ਨੇ ਇਲੈਕਟ੍ਰੋਨਿਕ ਮੀਡੀਆ ਦੇ ਔਰ ਹੋਰ ਸਾਰੇ ਜਿਹੜੇ ਸੋਰਸਿਸ ਆ ਗਏ ਨੇ, ਉਸ ਨੂੰ ਕਿਵੇਂ 2020 ਦੇ ਤੋਂ ਲੈ ਕੇ ਇਹਨੂੰ ਬਣਾ ਕੇ ਕੱਟ ਆਫ ਪੁਆਇੰਟ ਬਣਾ ਕੇ ਅੱਗੇ ਕਿਵੇਂ ਚੱਲਣਾ ਹੈ। ਇਸ ਵਾਸਤੇ ਮੈਂ ਸਮਝਦਾ ਕਿ ਜਿਹੜੀ ਨਵੀਂ ਲੀਡਰਸ਼ਿਪ ਆ ਰਹੀ ਹੈ ਇਸ ਵਾਸਤੇ ਸਾਨੂੰ ਬਹੁਤ ਮਹਿਸੂਸ ਹੁੰਦਾ ਕਿ ਇੱਕ ਨਵੀਂ ਲੀਡਰਸ਼ਿਪ, ਇੱਕ ਨਵੀਂ ਰਾਜਨੀਤਿਕ ਚੇਤਨਾ ਔਰ ਨਵੀਂ ਪਾਰਟੀ ਬਣ ਸਕਦੀ ਹੈ। ਪਰ ਕਿਵੇਂ? ਸਵਾਲ ਇਹ ਹੈ ਕਿ ਅੰਦਰ ਵੀ ਲੜਾਈਆਂ ਨੇ, ਬਹੁਤ ਵੱਡਾ ਸੰਘਰਸ਼ ਹੈ, ਔਰ ਇਸ ਦੇ ਵਿੱਚ ਜਿਹੜਾ ਪੋਲੀਟੀਕਲ ਰਿਐਲਿਟੀਜ਼ ਦੇ ਵਿੱਚ ਜਿਹੜੀਆਂ ਜੋ ਪੋਲੀਟੀਕਲ ਰਿਐਲਿਟੀਜ਼ ਪਾਰਟੀਆਂ ਦੀ ਬਣੀਆਂ ਹੋਈਆਂ ਪ੍ਰਚਲਿਤ ਪਾਰਟੀਆਂ ਦੇ, ਉਹਦੇ ਵਿੱਚ ਇਸ ਰਾਜਨੀਤਿਕ ਲਹਿਰ ਨੇ ਆਪਣੀ ਥਾਂ ਬਣਾਉਣੀ ਹੈ। ਇੱਕ ਪਾਸੇ 2022 ਹੈ, ਉਹ ਸਾਰੀਆਂ ਪਾਰਟੀਆਂ 2022 ਨੂੰ ਮੁੱਖ ਰੱਖ ਕੇ ਲੜ ਰਹੀਆਂ ਨੇ। ਇੱਕ ਪਾਸੇ ਰਾਜਨੀਤਿਕ ਚੇਤਨਾ ਹੈ, ਔਰ ਉਸ ਚੇਤਨਾ ਦੇ ਤਹਿਤ ਜੋ ਪੰਥਕ ਚੇਤਨਾ ਦੇ ਔਰ ਪੰਜਾਬ ਦੀ ਰਾਜਨੀਤਿਕ ਚੇਤਨਾ ਦਾ ਜੋ ਸਰੂਪ ਬਣਦਾ ਹੈ, ਉਸ ਨੇ ਉਸ ਪੋਲੀਟੀਕਲ ਰਿਐਲਿਟੀ ਦੇ ਵਿੱਚ ਕਿਵੇਂ ਕੰਮ ਕਰਨਾ ਹੈ, ਇਹ ਸਾਡੇ ਸਾਹਮਣੇ ਚੁਣੌਤੀ ਹੈ। ਦੂਸਰਾ ਮੈਂ ਸਮਝਦਾ ਕਿ ਇਹਦੇ ਵਿੱਚ ਲੋਕਾਂ ਪ੍ਰਤੀ ਜਿਹੜਾ ਲੋਕਾਂ 'ਚ ਵਿਸ਼ਵਾਸ ਹੈ ਨਾ ਜੀ, ਉਹ ਵਿਸ਼ਵਾਸ ਦੀ ਕਮੀ ਪ੍ਰਚਲਿਤ ਲੀਡਰਸ਼ਿਪ 'ਚ ਹੈ, ਕਿਉਂਕਿ ਦਿਸ ਇਜ਼ ਕ੍ਰੈਡੀਬਿਲਿਟੀ ਲਾਸ, ਜਿਹਨੂੰ ਆਪਾਂ ਲੀਡਰਸ਼ਿਪ ਲਾਸ ਵੀ ਕਹਿ ਸਕਦੇ ਹਾਂ, ਲੀਡਰਸ਼ਿਪ ਡੈਫੀਸਿਟ ਕਹਿ ਸਕਦੇ ਹਾਂ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਔਰ ਹੋਰ ਜਿਹੜੀ ਉਹਨਾਂ ਦੇ ਪਰਿਵਾਰ ਦੀ ਲੀਡਰਸ਼ਿਪ ਚੱਲਦੀ ਆ ਰਹੀ ਹੈ, ਉਸ ਨੇ ਭਾਵੇਂ ਜਿਤਨਾ ਮਰਜ਼ੀ ਪੰਜਾਬ ਦਾ ਕੰਮ ਕੀਤਾ ਹੋਵੇ, ਜਿਤਨਾ ਮਰਜ਼ੀ ਪੰਜਾਬ ਦੀ ਸੜਕਾਂ ਠੀਕ ਕੀਤੀਆਂ, ਲੇਕਿਨ ਉਹਦੇ 'ਚ ਗੱਲ ਨਹੀਂ ਗੱਲ ਹੈ ਕਿ ਇਸ ਵੇਲੇ 50 ਸਾਲ ਬਾਅਦ 1970 ਤੋਂ ਲੈ ਕੇ 2020 ਤੱਕ ਦੀ ਇਸ ਲੀਡਰਸ਼ਿਪ ਦਾ ਡੈਫੀਸਿਟ ਹੈ, ਲਾਸ ਹੈ ਸਾਡਾ। ਅੱਜ ਕਿਉਂ ਨਹੀਂ ਉਹ ਲੀਡਰਸ਼ਿਪ ਸਾਨੂੰ ਇੰਸਪਾਇਰ ਕਰ ਰਹੀ? ਅੱਜ ਉਹ ਜਿਸ ਲੀਡਰਸ਼ਿਪ ਨੇ 20-50 ਸਾਲ ਪੰਥ ਤੇ ਪੰਜਾਬ 'ਤੇ ਪ੍ਰਭਾਵ ਕੀਤਾ ਹੋਵੇ, ਉਹ ਕਿਉਂ ਨਹੀਂ ਸਾਹਮਣੇ ਆ ਰਹੀ? ਕਿਉਂਕਿ ਉਹਨਾਂ ਨੇ ਅਗਰ ਫਰਜ਼ ਕਰ ਲਓ 1973 ਦਾ ਮਤਾ ਹੀ ਅਗਰ ਉਹਨੂੰ ਅੱਗੇ ਲੈ ਕੇ ਗਏ ਹੁੰਦੇ, ਆਪਣਾ ਆਧਾਰ ਬਣਾਇਆ ਹੁੰਦਾ, ਉਸ ਵਾਸਤੇ ਕੋਈ ਨਾ ਕੋਈ ਰਾਹ ਤਿਆਰ ਕੀਤਾ ਹੁੰਦਾ, ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਪਹਿਲਾਂ ਹੀ ਜੰਗ ਜਿੱਤੀ ਜਾ ਰਹੀ ਸੀ ਕਿ ਅਨੰਦਪੁਰ ਦਾ ਮਤਾ ਲੋਕਾਂ ਨੂੰ ਪਤਾ ਹੈ, ਫੈਡਰਲ ਸਟਰਕਚਰ ਕੀ ਹੁੰਦਾ ਹੈ, ਸਿੱਖਾਂ ਦਾ ਇਸ ਕੰਸਟੀਟਿਊਸ਼ਨ ਦੇ ਸੇਫਗਾਰਡ ਹੋਣ ਦਾ ਕੀ ਮਤਲਬ ਹੁੰਦਾ ਹੈ, ਹਿੰਦੁਸਤਾਨ ਨੂੰ ਕਨਫੈਡਰਲ ਇੱਕ ਦੇਸ਼ ਬਣਾਉਣ ਦਾ ਕੀ ਅਰਥ ਹੁੰਦਾ ਹੈ, ਔਰ ਇੰਡੀਪੈਂਡੈਂਸ ਦੇਸ਼ ਦਾ ਕੀ ਅਰਥ ਹੁੰਦਾ ਹੈ, ਔਰ ਜੋ ਸਿੱਖ ਸਾਡੇ ਬਾਹਰਲੇ ਦੇਸ਼ਾਂ ਜਾ ਕੇ ਉੱਥੇ ਸੱਤਾ ਸ਼ੇਅਰ ਕਰ ਰਹੇ ਉਹਦੇ ਕੀ ਅਰਥ ਨੇ, ਜੋ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੇ ਖਾਲਸਾ ਦਾ ਰਾਜ ਇੱਥੇ ਸੀਗਾ, ਉਹਦੀ ਜੋ ਜਿਓਪੋਲੀਟੀਕਲ ਸਪੇਸ ਸੀ, ਚਿੰਤਾ ਸੀ, ਜਾਂ ਜਿਓਪੋਲੀਟਿਕ ਉਹਦੀ ਜੋ ਸ਼ਕਤੀ ਸੀ, ਉਹਦਾ ਅੱਜ ਦੇ ਕੀ ਅਰਥ ਨੇ। ਮੈਂ ਸਮਝਦਾ ਕਿ ਸਾਡੀ ਰਾਜਨੀਤਿਕ ਚੇਤਨਾ ਦਾ ਇੱਥੇ ਬਹੁਤ ਵੱਡਾ ਡੈਫੀਸਿਟ ਹੈ ਸਿੱਖ ਜਨਰੇਸ਼ਨ ਦਾ, ਜਿਸ ਨੂੰ ਕਿ ਭਰਨ ਵਾਸਤੇ ਇਸ ਲਹਿਰ ਨੂੰ ਕੰਮ ਕਰਨਾ ਪਏਗਾ, ਬੜੀ ਵੱਡੀ ਚੁਣੌਤੀ ਹੈ। ਸੋ ਕ੍ਰੈਡੀਬਿਲਿਟੀ ਇਸ ਨੂੰ ਸਥਾਪਿਤ ਕਰਨੀ ਪਏਗੀ। ਨਵਾਂ ਯੂਥ ਜਿਹੜਾ ਆ ਰਿਹਾ ਉਸ ਨੂੰ ਬਹੁਤ ਕੁਝ ਪੜ੍ਹਨਾ ਪਏਗਾ, ਬਹੁਤ ਕੁਝ ਸਮਝਣਾ ਪਏਗਾ, ਨੀਤੀ ਤਹਿਤ ਕੰਮ ਕਰਨਾ। ਕੋਈ ਜਦੋਂ ਵੀ ਕੋਈ ਲਹਿਰ ਉੱਠਦੀ ਹੈ ਤਾਂ ਜਿਹੜੀਆਂ ਦੂਜੀਆਂ ਸ਼ਕਤੀਆਂ ਨੇ ਜਿਹਨਾਂ ਨੂੰ ਇਫੈਕਟ ਹੋਣਾ ਹੁੰਦਾ ਹੈ, ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ। ਉਸ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਹ ਬੜਾ ਵੱਡੀ ਚੁਣੌਤੀ ਹੈ। ਸੰਭਾਵਨਾਵਾਂ ਬੜੀਆਂ ਨੇ। ਕਿਸਾਨ ਨੇ ਜੋ ਇਸ ਮੋਰਚਾ ਲੱਗਿਆ ਹੈ, ਇੱਕ ਤਾਂ ਇਹਦਾ ਪੜਾਅ ਹੈ ਕਿ ਇਹ ਕੁਝ ਮੰਗਾਂ ਮਨਵਾ ਕੇ, ਜਾਂ ਜਿਵੇਂ ਅੱਜ ਦੇ ਪਟਾਕੇ ਚਲਾਏ ਜਾ ਰਹੇ ਨੇ ਕਿ ਕਾਂਗਰਸ ਬੜੀ ਵੱਡੀ ਜਿੱਤ ਆਪਣੀ ਸਮਝ ਰਹੀ ਹੈ, ਕਿ ਇਹ ਜਿੱਤ ਹੈ ਕਿ ਕਿਸਾਨ ਜਥੇਬੰਦੀਆਂ ਇਸ ਨੂੰ ਪ੍ਰਵਾਨ ਕਰਕੇ ਆਪਣੇ ਮੋਰਚਾ ਖਤਮ ਕਰ ਦੇਣਗੀਆਂ। ਜੇ ਮੋਰਚਾ ਖਤਮ ਹੁੰਦਾ ਤਾਂ ਜੋ ਸ਼ੰਭੂ ਬਾਰਡਰ ਮੋਰਚਾ ਲੱਗਿਆ ਉਹਦੇ ਕੀ ਅਰਥ ਰਹਿ ਜਾਂਦੇ ਨੇ? ਸ਼ੰਭੂ ਬਾਰਡਰ ਦੇ ਉੱਤੇ ਜਥੇਬੰਦੀਆਂ ਰੋਜ਼ ਜਾਂਦੀਆਂ ਨੇ, ਸਿੰਘ ਜਾਂਦੇ ਨੇ, ਰੋਜ਼ ਲੈਕਚਰ ਹੁੰਦੇ ਨੇ, ਇੱਕ ਵੱਡਾ ਨਰੇਟਿਵ, ਬੜਾ ਬਿਰਤਾਂਤ ਸਿੱਝਿਆ ਜਾ ਰਿਹਾ ਕਿ ਇੱਥੋਂ ਅਸੀਂ ਇੱਕ ਨਵੀਂ ਚੇਤਨਾ ਪੈਦਾ ਕਰਕੇ ਨਿਕਲਣਾ, ਜਿਹੜੇ ਉੱਥੇ ਦੇ ਲੀਡਰ ਨੇ। ਪਰ ਕੀ ਇਹ ਜਿਹੜੀ ਸ਼ੰਭੂ ਬਾਰਡਰ ਦਾ ਮੋਰਚਾ ਹੈ, ਇਹ ਇਸ ਮੋਰਚੇ ਨਾਲ ਜੁੜਿਆ ਹੋਇਆ ਹੈ ਜਾਂ ਇੰਡੀਪੈਂਡੈਂਟ ਹੈ? ਕਿਉਂਕਿ ਸਾਡੇ ਸਾਹਮਣੇ ਬਰਗਾੜੀ ਮੋਰਚੇ ਦਾ ਇੱਕ ਇਤਿਹਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਨ੍ਹਾਂ ਨੇ ਲੋਕਾਂ ਨੇ ਕੀਤੀ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬਰਗਾੜੀ ਮੋਰਚਾ 6 ਮਹੀਨੇ ਚੱਲਿਆ। ਪੰਥ 'ਚ ਬੜਾ ਪ੍ਰਭਾਵ ਪਿਆ, ਸਰਬੱਤ ਖਾਲਸਾ ਵੀ ਉਹਦੇ ਵਾਸਤੇ ਹੋਇਆ, ਨਵੀਂ ਲੀਡਰਸ਼ਿਪ ਸਾਹਮਣੇ ਆਈ, ਉਹ ਮੋਰਚਾ ਫੇਲ ਹੋ ਗਿਆ। 84 ਦਾ ਮੋਰਚਾ ਫੇਲ ਹੋ ਗਿਆ, ਭਾਵੇਂ ਉਹਦੇ 'ਚ ਬਹੁਤ ਵੀ ਕੁਰਬਾਨੀਆਂ ਹੋਈਆਂ, ਜਿਵੇਂ ਮਰਜ਼ੀ ਸਮਝ ਲਈਏ। ਲੇਕਿਨ ਮੈਂ ਮਹਿਸੂਸ ਕਰਦਾ ਕਿ ਕੀ ਸ਼ੰਭੂ ਬਾਰਡਰ ਦਾ ਜਿਹੜਾ ਮੋਰਚਾ ਹੈ ਉਹ ਕਿਹਨਾਂ ਆਧਾਰਾਂ 'ਤੇ ਲਾਗੂ ਰਹੇਗਾ? ਕੀ ਉਹ ਇਸ ਨਵੀਂ ਚੇਤਨਾ ਪੈਦਾ ਕਰਨ ਵਾਸਤੇ ਲੋਕਾਂ 'ਚ ਜਾਣਗੇ? ਕਿ ਉੱਥੇ ਦੇ ਨੌਜਵਾਨ ਨਵਾਂ ਕੰਮ ਕਰਨ ਲੱਗਿਆ ਲੋਕਾਂ ਨੂੰ, ਨੌਜਵਾਨਾਂ ਨੂੰ ਕਾਲਜ ਯੂਨੀਵਰਸਿਟੀਆਂ 'ਚ ਆਰਗੇਨਾਈਜ਼ ਕਰਨਗੇ? ਇਹ ਬੜੀ ਵੱਡੀ ਗੱਲ ਹੈ।
ਇਹਦੇ ਵਿੱਚ ਕਿਹੜੇ ਨਵੇਂ ਚਿਹਰੇ ਆਉਣਗੇ। ਇੱਕ ਤਾਂ ਇਹ ਸਾਡੇ ਸਾਹਮਣੇ ਸਵਾਲ ਪਏਗਾ, ਕਿਹੜੇ ਨਵੇਂ ਚਿਹਰੇ ਪੰਥ ਨੂੰ, ਪੰਥ ਦੀ ਸ਼ਕਤੀ ਨੂੰ। ਇੱਕ ਅਕਾਲ ਯੂਥ ਜਥੇਬੰਦੀ ਸਾਹਮਣੇ ਆਈ ਹੈ, ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਜਗਤਾਰ ਸਿੰਘ ਹਵਾਰਾ ਦੀ ਪ੍ਰੇਰਨਾ 'ਚ ਬਣੀ ਹੈ। ਕੀ ਉਹ ਕੋਈ ਜਵਾਬ ਦੇ ਸਕੇਗੀ ਕਿ ਇਸ ਦੇ ਵਿੱਚ ਸਾਰਾ ਕੁਝ ਜਿਹੜੀ ਰਾਜਨੀਤਿਕ ਲਹਿਰ ਹੈ, ਇਹਦੇ ਹੋਰ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਨੇ ਉਹਨਾਂ ਪ੍ਰਤੀ ਇਹ ਸਜਗ ਹੈ। ਸੋ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਘਟਨਾਵਾਂ ਹੋਈਆਂ ਨੇ ਪੰਜਾਬ ਅਸੈਂਬਲੀ ਦੇ ਵਿੱਚ, ਜੋ ਬਿੱਲ ਪਾਸ ਹੋਏ, ਇੱਕ ਨਵਾਂ ਪੜਾਅ ਸ਼ੁਰੂ ਹੋਇਆ ਜੰਗ ਦਾ। ਇਹਦੀ ਕੇਂਦਰ ਸਰਕਾਰ ਕੀ ਰੁਖ ਅਦਾਪਟ ਕਰੇਗੀ, ਕਿਉਂਕਿ ਕੇਂਦਰ ਨੇ ਅਜੇ ਤੱਕ ਕੋਈ ਪੱਤੇ ਨਹੀਂ ਖੋਲ੍ਹੇ ਆਪਣੇ ਵੀ, ਉਹ ਕਿਵੇਂ ਵੇਖ ਰਹੀ ਹੈ ਸਾਰੀ ਸਥਿਤੀ ਨੂੰ। ਮੈਂ ਇਸ ਦੇ ਵਿੱਚ ਮਹਿਸੂਸ ਕਰਦਾ ਕਿ ਇਸ ਵੇਲੇ ਲੋੜ ਹੈ ਕਿ ਬੜੀ ਸੰਜਮ ਨਾਲ, ਬੜੇ ਤਹੱਮਲ ਨਾਲ ਔਰ ਬੜੇ ਸਾਰੇ ਵਿਚਾਰਾਂ ਨੂੰ ਸੋਚ ਸਮਝ ਕੇ ਅੱਗੇ ਵਧਣ ਦਾ ਮੌਕਾ ਹੈ। ਭੜਕਾਹਟ ਵਿੱਚ ਆ ਜਾਣਾ, ਕਿਸੇ ਤਰ੍ਹਾਂ ਗਲਤ ਬਿਆਨੀਆਂ ਦੇ ਵਿੱਚ ਜਾਂ ਜਾਂਦੇ ਦੀ ਗੰਦਾਜ਼ੀ ਦੀ ਗਲਤੀਆਂ ਜਿਹੜੀਆਂ ਨੇ, ਪੰਥ ਮੈਂ ਸਮਝਦਾ ਹੋਰ ਕੋਈ ਬਰਦਾਸ਼ਤ ਨਹੀਂ ਕਰ ਸਕੇਗਾ। ਆਲਟਰਨੇਟਿਵ ਪੋਲਿਟਿਕ ਵਾਸਤੇ ਇੱਕ ਲੰਮਾ ਸਫ਼ਰ ਹੈ, ਇੱਕ ਨਵੀਂ ਚੇਤਨਾ ਪੈਦਾ ਹੋ ਗਈ ਹੈ। ਇਸ ਨੂੰ ਕਿਵੇਂ ਅੱਗੇ ਲੈ ਕੇ ਜਾਂਦੇ ਹਾਂ। ਵਿਸਮਾਦ TV ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਅਸੀਂ ਪਿਛਲੇ ਸਮਿਆਂ ਦੇ ਵਿੱਚ 10-12 ਕਿਤਾਬਾਂ ਪੰਥ ਦੀ ਝੋਲੀ ਦੇ ਸਕੇ, ਇਹਨਾਂ ਸਮਿਆਂ ਵਾਸਤੇ ਦਿੱਤੀ ਸੀ। 2005 ਵਿੱਚ ਮੈਂ ਆਪਣੀ ਕਿਤਾਬ ਲਿਖੀ ਸੀ ਵੀ ਸਿੱਖ ਵਿਜ਼ਨ 2025। ਮੈਨੂੰ ਸਵਾਲ ਉਠਾਇਆ ਗਿਆ ਕਿ 2025 ਦਾ ਕੀ ਮਤਲਬ ਹੈ। ਅੱਜ 25 ਨੇੜੇ ਆ ਰਿਹਾ ਹੈ ਅਤੇ 20 ਦੇ ਵਿੱਚ ਜਿਵੇਂ ਘਟਨਾਵਾਂ ਉਸ ਪਾਸੇ ਜਾ ਰਹੀਆਂ ਕਿ ਨਵਾਂ ਪੰਜਾਬ, ਸਾਡੀ ਕੌਮ ਦੀ ਐਮਰਜੈਂਸ, ਸਾਡੇ ਕੌਮ ਦੇ ਪੰਜਾਬ ਦੇ ਇੱਕ ਨਵਾਂ ਵਿਕਾਸ ਮਾਡਲ, ਨਵੀਂ ਜ਼ਿੰਦਗੀ, ਨਵਾਂ ਚੇਤਨਾ, ਨਵਾਂ ਆਨੰਦ ਔਰ ਨਵੀਂ ਸਮਾਜੀ ਵਿਵਸਥਾ ਕਿਵੇਂ ਸਥਾਪਿਤ ਹੋਏਗੀ, ਇਹ ਇਸ ਕਿਤਾਬ ਦੇ ਮੈਂ ਜ਼ਿਕਰ ਕੀਤਾ ਹੋਇਆ। ਅੱਜ ਮੈਂ ਖਾਲਸਾ ਨੀਤੀ ਸ਼ਾਸਤਰ ਲੈ ਕੇ ਆਇਆ ਸਾਹਮਣੇ। ਵਿਸਮਾਦ TV ਵੱਲੋਂ ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕਾ, ਇਸ ਬਾਰੇ ਅੱਗੇ ਵੀ ਕਰਾਂਗੇ। ਖਾਲਸਾ ਨੀਤੀ ਸ਼ਾਸਤਰ ਵੀ ਇਸ ਜੋ ਪੰਜਾਬ ਵਿੱਚ ਨਵੀਂ ਰਾਜਨੀਤਿਕ ਚੇਤਨਾ, ਲਹਿਰ ਔਰ ਪਾਰਟੀ ਬਣਨ ਦੇ ਵੱਲ ਜਿਸ ਪਾਸੇ ਹਾਲਾਤ ਜਾ ਰਹੇ ਨੇ, ਉਸ ਵਾਸਤੇ ਮੈਂ ਸਮਝਦਾ ਕਿ ਬੜਾ ਵੱਡਾ ਰੋਲ ਅਦਾ ਕਰ ਸਕੇਗਾ। ਨੌਜਵਾਨਾਂ ਨੂੰ ਇਸ ਕਿਤਾਬ ਦੇ ਰਾਹੀਂ ਇਹ ਜੋ ਮੈਂ ਵਿਚਾਰ ਦਿੱਤੇ ਨੇ, ਇਹਨਾਂ ਵਿੱਚੋਂ ਇੱਕ ਨਵੀਂ ਚੇਤਨਾ ਪੈਦਾ ਕਰਕੇ ਇੱਕ ਨਵੀਂ ਸੋਚ ਸਮਝ ਕੇ ਲਹਿਰ ਖੜੀ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਇੱਕ ਉਭਾਰ ਪੈਦਾ ਹੋਇਆ, ਨਵਾਂ ਜਲਾਉ ਪੈਦਾ ਹੋ ਰਿਹਾ ਇਤਿਹਾਸ ਨੇ ਸਾਡੇ ਸਾਹਮਣੇ ਇੱਕ ਨਵੀਂ ਸਥਿਤੀ ਲਿਆਂਦੀ ਹੈ। ਇਸ ਪ੍ਰਤੀ ਜਿਹੜੀ ਅੱਜ ਦੀ ਜਨਰੇਸ਼ਨ ਹੈ, ਉਹ ਕਿਵੇਂ ਰਿਸਪੌਂਡ ਕਰੇਗੀ ਔਰ ਕਿਵੇਂ ਇੱਕ ਕਾਮਯਾਬੀ ਵਾਲੇ ਪਾਸੇ ਜਾਏਗੀ। ਮਹਿਜ਼ ਗੱਲਾਂ ਤੋਂ ਵਿੱਚੋਂ ਅਸੀਂ ਕਿਵੇਂ ਇੱਕ ਠੋਸ ਆਧਾਰ ਦੇ ਕੇ ਇੱਕ ਨਵਾਂ ਪੰਥ, ਇੱਕ ਨਵਾਂ ਪੰਜਾਬ, ਇੱਕ ਨਵੀਂ ਦੁਨੀਆ ਜਿਹੜੀ ਹੈ ਕਿਵੇਂ ਸਿਰ ਸਕਾਂਗੇ, ਇਹ ਸਾਡੇ ਸਾਹਮਣੇ ਬੜਾ ਯੋਧ ਹੈ। ਲੇਕਿਨ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਨਵੀਂ ਸਥਿਤੀ ਬਣੀ ਹੈ, ਇਹਦੇ ਵਿੱਚ ਇੱਕ ਬੜੀ ਵੱਡੀ ਰਾਜਨੀਤਿਕ ਲਹਿਰ ਜਿਹੜੀ ਉਹ ਬੀਜ ਰੂਪ ਵਿੱਚ ਪਈ ਹੈ। ਨਵੀਂ ਚੇਤਨਾ ਪੈਦਾ ਹੋ ਗਈ ਹੈ। ਇਹਦੇ ਵਿੱਚ ਨਵੀਂ ਪਾਰਟੀ ਕਿਵੇਂ ਨਿਕਲ ਸਕਦੀ ਹੈ। ਕਈ ਯਤਨ ਕਰ ਰਹੇ ਨੇ ਕਿ ਫਲਾਣਾ ਆ ਜਾਵੇ, ਫਲਾਣਾ ਆ ਜਾਵੇ। ਮੈਂ ਸਮਝਦਾ ਕਿ ਪ੍ਰਚਲਿਤ ਆਗੂ ਆਪਣੀ ਥਾਂ ਮਹੱਤਵਪੂਰਨ ਨੇ, ਉਹ ਕੀ ਕਰਨਗੇ ਉਹ ਵੱਖਰਾ ਵਿਸ਼ਾ ਹੈ, ਇਸ ਬਾਰੇ ਫਿਰ ਗੱਲ ਕਰਾਂਗੇ ਅਸੀਂ। ਲੇਕਿਨ ਜਿਹੜੀ ਨਵੀਂ ਚੇਤਨਾ ਪੈਦਾ ਹੋਈ ਹੈ, ਇਹ ਇੱਕ ਨਵੀਂ ਰਾਜਨੀਤਿਕ ਲਹਿਰ ਕਿਵੇਂ ਬਣ ਸਕਦੀ ਹੈ, ਇੱਕ ਨਵੀਂ ਸ਼ਕਤੀ ਕਿਵੇਂ ਪ੍ਰਾਪਤ ਕਰਦੀ ਹੈ, ਇਸ ਬਾਰੇ ਮੈਂ ਸਮਝਦਾ ਕਿ ਵਿਸਮਾਦ TV ਦੀ ਚਿੰਤਾ ਹੈ। ਇੱਕ ਚੁਣੌਤੀਆਂ ਨੇ ਅਸੀਂ ਆਪਣੇ ਸਾਹਮਣੇ ਰੱਖੀਆਂ ਨੇ, ਕਿਵੇਂ ਇਹਨਾਂ ਨੂੰ ਅਸੀਂ ਇੱਕ ਨਵੇਂ ਸਾਂਚੇ 'ਚ ਢਾਲ ਕੇ ਇੱਕ ਨਵਾਂ ਵਿਸ਼ਵ ਖਿਸਰ ਸਕਦੇ ਹਾਂ, ਨਵਾਂ ਵਿਸਮਾਦੀ ਆਧਾਰ ਦੇ ਸਕਦੇ ਹਾਂ। ਵਿਸਮਾਦ TV ਇਸ ਵੱਲੋਂ ਹਮੇਸ਼ਾ ਸੱਜਾ ਰਹੇਗਾ। ਇੰਨੇ ਮੈਂ ਸਮਝਦਾ ਕਿ ਚੇਤਨਾ ਜਿਹੜੀ ਹੈ ਉਹ ਇਤਨੀ ਜ਼ਰੂਰੀ ਹੈ ਕਿ ਇਸ ਨੂੰ ਆਪਣੀ ਕਿਵੇਂ ਪ੍ਰੈਕਟੀਕਲ ਰੂਪ ਦਿੱਤਾ ਜਾਵੇ, ਇਹ ਬੜਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।